ਜਿਹੜਾ ਦੇਸੀ ਘਿਓ ਹੈ ਇਹਦੇ ਵਿੱਚ ਸਭ ਤੋਂ ਜ਼ਿਆਦਾ ਗੁੱਡ ਕੋਲੇਸਟ੍ਰੋਲ ਹੁੰਦੇ ਆ, ਹਾਈ ਡੈਂਸਿਟੀ ਕੋਲੇਸਟ੍ਰੋਲ ਹੁੰਦੇ ਆ, ਹਾਈ ਡੈਂਸਿਟੀ ਲਿਪੋਪ੍ਰੋਟੀਨ ਹੁੰਦੇ ਆ, ਜਿਨ੍ਹਾਂ ਦਾ ਮੈਲਟਿੰਗ ਪੁਆਇੰਟ ਬਹੁਤ ਘੱਟ ਹੁੰਦਾ ਹੈ। ਤੇ ਇਸੇ ਵਜ੍ਹਾ ਕਰਕੇ ਮੈਂ ਦਾਅਵਾ ਕਰਦਾ ਹੁੰਦਾ ਕਿ ਇਸ ਮੱਖਣੀ ਤੋਂ ਬਣੇ ਦੇਸੀ ਘਿਓ ਨੂੰ ਖਾਣ ਦੇ ਨਾਲ ਕਦੀ ਬਲੌਕੇਜ ਨਹੀਂ ਹੋ ਸਕਦੀ, ਕਦੀ ਹਾਰਟ ਅਟੈਕ ਨਹੀਂ ਹੋ ਸਕਦਾ, ਕਦੀ ਕੌਨਸਟੀਪੇਸ਼ਨ ਨਹੀਂ ਹੋ ਸਕਦੀ, ਕਦੀ ਪੈਰਾਲਾਈਸਿਸ ਵਰਗੀਆਂ ਬਿਮਾਰੀਆਂ ਨਹੀਂ ਹੋ ਸਕਦੀਆਂ। ਤੁਸੀਂ ਬੇਚਿੰਤ ਹੋ ਕੇ ਦੇਸੀ ਘਿਓ ਖਾ ਸਕਦੇ ਹੋ। ਇਸ ਵੀਡੀਓ ਨੂੰ ਵੱਧ ਤੋਂ ਵੱਧ ਮੈਕਸਿਮਮ ਸ਼ੇਅਰ ਕਰਨਾ, ਕਿਉਂਕਿ ਇਸ ਵੀਡੀਓ ਦੇ ਵਿੱਚ ਤੁਹਾਡਾ ਇੱਕ ਬਹੁਤ ਵੱਡਾ ਡਰ ਤੇ ਬਹੁਤ ਵੱਡਾ ਵਹਿਮ ਦੂਰ ਕਰਨਾ ਹੈ। ਅਕਸਰ ਹੀ ਜਦੋਂ ਤੁਸੀਂ ਮੈਨੂੰ ਫੋਨ ਕਾਲ ਦੇ ਉੱਤੇ ਜਾਂ ਮੈਸੇजेस ਦੇ ਰਾਹੀਂ ਆਸਟੀਓਫਰਾਈਸਿਸ ਬਾਰੇ ਡਿਸਕਸ ਕਰਦੇ ਹੋ, ਜਾਂ ਮੈਨੂੰ ਆਪਣੇ ਪਿਗਮੈਂਟੇਸ਼ਨ ਚਿਹਰੇ ਦੀਆਂ ਛਾਈਆਂ ਬਾਰੇ ਡਿਸਕਸ ਕਰਦੇ ਹੋ, डिप्रैशन बारे डिस्कस करते हो, ਜਾਂ ਸਾਈਟਕਾ ਬਾਰੇ ਡਿਸਕਸ ਕਰਦੇ ਹੋ, ਤਾਂ ਦੋ ਬੜੇ ਕਾਮਨ ਇਲਾਜ ਤੁਹਾਨੂੰ ਮੈਂ ਯੂਜ਼ ਕਰਨ ਲਈ ਕਹਿਣਾ, ਇੱਕ ਮੱਖਣੀ ਤੇ ਦੂਸਰਾ ਦੇਸੀ ਘਿਓ। ਤੇ ਪਹਿਲਾਂ ਹੀ ਤੁਹਾਡਾ ਉੱਥੇ ਡਰ ਤੇ ਵਹਿਮ ਜ਼ਾਹਰ ਹੋ ਜਾਂਦਾ ਕਿ ਇਹਨਾਂ ਦੋ ਪ੍ਰੋਡਕਟਸ ਦਾ ਇਸਤੇਮਾਲ ਕਰਨ ਦੇ ਨਾਲ ਕੋਲੇਸਟ੍ਰੋਲ ਵੱਧਦਾ ਹੈ ਜੀ, ਬਲੌਕੇਜ ਹੁੰਦੀ ਆ, ਹਾਰਟ ਅਟੈਕ ਦਾ ਖਤਰਾ ਹੁੰਦਾ ਹੈ। ਫਿਰ ਉਹ ਕਿਹੜਾ ਦੇਸੀ ਘਿਓ ਸੀ ਜਾਂ ਕਿਹੜੀ ਮੱਖਣੀ ਸੀ ਜਿਹਦਾ ਬਣਿਆ ਕਣਾ ਕਿਲੋ ਕਿਲੋ ਸਾਡੇ ਬਜ਼ੁਰਗ ਖਾ ਜਾਂਦੇ ਸੀ? ਖੜਾ ਖੜੋਤਾ ਬੰਦਾ ਪਾਈਆ ਪਾਈਆ ਦੇਸੀ ਘਿਓ ਪੀ ਜਾਂਦਾ ਸੀ। ਸਾਰਾ ਦਿਨ ਅਸੀਂ ਖਾਣਾ ਬਣਾਉਣ ਦੇ ਲਈ ਦੇਸੀ ਘਿਓ ਤੇ ਮੱਖਣੀ ਦਾ ਇਸਤੇਮਾਲ ਕਰਦੇ ਸੀ। ਇੰਨਾ ਘਿਓ ਖਾਣ ਦੇ ਬਾਵਜੂਦ ਵੀ ਕਦੀ ਵੀ ਕਿਸੇ ਨੂੰ ਬਲੌਕੇਜ ਨਹੀਂ ਸੀ ਹੋਈ, ਕਦੀ ਕਿਸੇ ਨੂੰ ਪੈਰਾਲਾਈਜ਼ ਨਹੀਂ ਸੀ ਹੋਇਆ, ਕਦੀ ਕਿਸੇ ਨੂੰ ਹਾਰਟ ਅਟੈਕ ਨਹੀਂ ਸੀ ਹੋਇਆ, ਕਦੀ ਕਿਸੇ ਨੂੰ ਨਰਵ ਸਿਸਟਮ ਦੀ ਵੀਕਨੈਸ ਨਹੀਂ ਹੋਈ ਸੀ, ਕਦੀ ਕਿਸੇ ਨੂੰ ਸਾਈਟਕਾ ਪੇਨ ਨਹੀਂ ਸੀ ਹੋਈ। ਉਹ ਦੇਸੀ ਘਿਓ ਹੈ ਜੀ ਆ ਜਿਹੜਾ। ਇਹ ਦੇਸੀ ਘਿਓ ਟ੍ਰੈਡੀਸ਼ਨਲੀ ਤਿਆਰ ਕੀਤਾ ਜਾਂਦਾ ਹੈ। ਤੇ ਅੱਜ ਇਸੇ ਦੇਸੀ ਘਿਓ ਨੂੰ ਕਿਸ ਤਰ੍ਹਾਂ ਤਿਆਰ ਕਰਨਾ, ਇਸ ਸਾਰੇ ਪ੍ਰੋਸੈਸ ਨੂੰ ਆਪਾਂ ਤੁਹਾਡੇ ਨਾਲ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿਵੇਂ ਕਾੜਨੀ ਦੇ ਵਿੱਚੋਂ ਅਸੀਂ ਦੁੱਧ ਗਰਮ ਕਰਕੇ ਉਹਦੇ ਤੋਂ ਦੇਸੀ ਘਿਓ ਤਿਆਰ ਕਰਨਾ ਹੈ, ਮੱਖਣੀ ਤਿਆਰ ਕਰਨੀ ਹੈ। ਲੱਸੀ ਤਾਂ ਸਾਡੇ ਘਰ ਦੇ ਵਿੱਚ ਸੁਣਨ ਨੂੰ ਮਿਲਦੀਆਂ ਨੇ, ਹਾਰੇ ਦੇ ਦੁੱਧ ਦੀਆਂ ਜਾਂ ਕਾੜਨੀ ਦੇ ਦੁੱਧ ਦੀਆਂ। ਇਹ ਸਾਰਾ ਪ੍ਰੋਸੈਸ ਉਹੀ ਹੈ ਤੇ ਬਿਲਕੁਲ ਜ਼ੀਰੋ ਸਟੈਪ ਤੋਂ ਸਟਾਰਟ ਕਰਾਂਗਾ, ਕੱਲੀ ਕੱਲੀ ਚੀਜ਼ ਤੁਹਾਨੂੰ ਐਕਸਪਲੇਨ ਕਰਾਂਗਾ। ਜਿਹੜਾ ਅਸੀਂ ਚੁੱਲ੍ਹੇ ਦੀ ਗੱਲ ਕਰੀਏ ਤੇ ਚੁੱਲ੍ਹਾ ਸਿਰਫ ਅਸੀਂ ਇਹਦੇ ਵਿੱਚ ਜਾਂ ਤਾਂ ਹਾਰਾ ਯੂਜ਼ ਕਰ ਸਕਦੇ ਹਾਂ। ਹਾਰੇ ਦੀ ਕੀ ਖਾਸੀਅਤ ਹੁੰਦੀ ਹੈ ਕਿ ਮਿੱਟੀ ਦੇ ਵਿੱਚ ਡੂੰਘਾ ਬਣਾਇਆ ਜਾਂਦਾ ਇਸ ਚੁੱਲ੍ਹੇ ਨੂੰ, ਤਾਂ ਕਿ ਈਵਨਲੀ ਸਾਰੀ ਅੱਗ ਦੁੱਧ ਨੂੰ ਮਿਲੇ। ਬਾਕੀ ਦੀਆਂ ਸਿਫਤਾਂ ਮੈਂ ਤੁਹਾਨੂੰ ਇਸ ਵੀਡੀਓ ਦੇ ਨਾਲ ਨਾਲ ਦੱਸੂਗਾ। ਤੁਸੀਂ ਚੁੱਲ੍ਹੇ ਜਾਂ ਗੈਸ ਦੇ ਉੱਤੇ ਦੁੱਧ ਨਹੀਂ ਗਰਮ ਕਰ ਸਕਦੇ। ਜੇ ਆਪਾਂ ਬਰਤਨ ਦੀ ਗੱਲ ਕਰੀਏ ਤੇ ਕਾੜਨੀ ਲੈਣੀ ਹੈ। ਕਾੜਨੀ ਤੇ ਚਾਟੀ ਵਿੱਚ ਫਰਕ ਹੁੰਦਾ। ਕਾੜਨੀ ਦੇ ਵਿੱਚ ਅਸੀਂ 4-5 ਦਿਨ ਲਈ ਪਾਣੀ ਪਾ ਕੇ ਰੱਖਣਾ ਤਾਂ ਕਿ ਇਹ ਹੋਰ ਪੱਕ ਜਾਵੇ। ਦੂਸਰਾ, ਜਦੋਂ ਅਸੀਂ ਕਾੜਨੀ ਨੂੰ ਬਣਾਉਣੇ ਆ, ਘੁਮਿਆਰ ਕਾੜਨੀ ਨੂੰ ਬਣਾਉਂਦਾ ਤਾਂ ਉਹਦੀ ਤਸੀਰ ਗਰਮ ਹੋ ਜਾਂਦੀ ਹੈ, ਕਿਉਂਕਿ ਉਹਨੂੰ ਅੱਗ ਦੇ ਵਿੱਚ ਤਾਉਂਦੇ ਆ ਤੇ ਫਿਰ ਇਹ ਪਾਣੀ ਰੱਖਣ ਦੇ ਨਾਲ ਇਹਦੀ ਤਸੀਰ ਠੰਡੀ ਹੋ ਜਾਂਦੀ ਹੈ। ਤੇ ਨਾਲ ਅਸੀਂ ਲਵਾਂਗੇ ਮੱਖਣੀ। ਮੱਖਣੀ ਦਾ ਕੀ ਉਪਯੋਗ ਹੈ ਵੀ ਤੁਹਾਨੂੰ ਦੱਸਦੇ ਹਾਂ ਕਿ ਇਹ ਸਪੈਸ਼ਲ ਭਾਂਡਾ ਹੈ ਕਾੜਨੀ ਨੂੰ ਉੱਪਰੋਂ ਕੱਜਣ ਦੇ ਲਈ। ਤੇ ਹੁਣ ਆਪਾਂ ਸਟਾਰਟ ਕਰਦੇ ਹਾਂ ਕਿ ਕਿਸ ਤਰ੍ਹਾਂ ਸਾਰਾ ਪ੍ਰੋਸੈਸ ਸਟਾਰਟ ਕਰੀਏ। ਹੁਣ ਆਪਾਂ ਕਾੜਨੀ ਦੇ ਵਿੱਚੋਂ ਪਾਣੀ ਬਾਹਰ ਕੱਢ ਲੈਣਾ, ਜਿਹੜਾ ਆਪਾਂ 4-5 ਦਿਨ ਲਈ ਇਹਦੇ ਵਿੱਚ ਪਾ ਕੇ ਰੱਖਿਆ ਸੀਗਾ। ਤੇ ਫਿਰ ਇਸ ਕਾੜਨੀ ਨੂੰ ਆਪਾਂ ਮੱਖਣੀ ਦੇ ਨਾਲ, ਬਿਲਕੁਲ ਤਾਜ਼ੀ ਮੱਖਣੀ ਦੇ ਨਾਲ ਚੋਪੜਨਾ ਹੈ। ਕਿਉਂ ਚੋਪੜਨਾ ਹੈ? ਬੜੀ ਖਾਸ ਜ਼ਰੂਰੀ ਚੀਜ਼ ਹੈ, ਕਿਉਂਕਿ ਜਦੋਂ ਅਸੀਂ ਕਾੜਨੀ ਨੂੰ ਅੰਦਰੋਂ ਚੋਪੜ ਦਿੰਦੇ ਹਾਂ, ਫਿਰ ਜਿਹੜਾ ਅਸੀਂ ਨਵਾਂ ਭਾਂਡਾ, ਮਤਲਬ ਕਿ ਨਵੀਂ ਕਾੜਨੀ ਇਸਤੇਮਾਲ ਕੀਤੀ ਹੈ, ਜੇ ਅਸੀਂ ਇਹਦੇ ਵਿੱਚ ਬਿਨਾਂ ਚੋਪੜਿਆਂ ਤੋਂ ਦੁੱਧ ਪਾ ਦਿੱਤਾ ਨਾ ਤੇ ਇਹ ਥੱਲੇ ਲੱਗ ਜੂਗਾ, ਸੜ ਜੂਗਾ। ਮੱਖਣੀ ਨਾਲ ਚੋਪੜਨ ਦੇ ਨਾਲ ਕਾੜਨੀ ਦੇ ਵਿੱਚ ਕਦੀ ਵੀ ਦੁੱਧ ਥੱਲੇ ਨਹੀਂ ਲੱਗਦਾ। ਬੜੇ ਹਰ ਚੀਜ਼ ਨੂੰ ਸਾਡੇ ਬਜ਼ੁਰਗਾਂ ਨੇ ਬੜਾ ਸੋਚ ਸਮਝ ਕੇ ਡਿਵੈਲਪ ਕੀਤਾ। ਇਹ ਨਹੀਂ ਕਿ ਉਹਨਾਂ ਕੋਲ ਟੈਕਨੀਕ ਦੀ ਕਮੀ ਸੀ, ਉਹਨਾਂ ਨੇ ਹਰ ਟੈਕਨੀਕ ਨੂੰ ਸੈਂਕੜੇ ਸਾਲ ਇਸਤੇਮਾਲ ਕਰਨ ਤੋਂ ਬਾਅਦ ਹੀ ਸਾਡੇ ਤੱਕ ਪਹੁੰਚਦਾ। ਹੁਣ ਬਿਲਕੁਲ ਇਹਦੇ ਵਿੱਚ ਸਾਰੀ ਮੱਖਣੀ ਲੱਗ ਗਈ ਹੈ ਤੇ ਹੁਣ ਇਹਨੂੰ ਆਪਾਂ ਹਲਕਾ ਜਿਹਾ ਪਾਣੀ ਦੇ ਨਾਲ ਧੋ ਦੇਣਾ ਆ, ਸਾਫ਼ ਕਰ ਦੇਣਾ। ਜਿਹੜੀ ਐਕਸਟਰਾ ਮੱਖਣੀ ਹੈ ਉਹ ਸਾਰੀ ਇਹਦੇ ਵਿੱਚੋਂ ਜਿਹੜਾ ਨਿਕਲ ਜਾਵੇ। ਸਭ ਤੋਂ ਪਹਿਲਾਂ ਅਸੀਂ 4 ਇੰਚ ਪਾਥੀਆਂ ਲਾ ਕੇ ਉਹਦੇ ਵਿੱਚ ਥੋੜੀ ਜਿਹੀ ਅੱਗ ਬਾਲ ਦੇਣੀ ਆ। ਧਖਾਉਣਾ ਆ ਅੱਗ ਨੂੰ, ਤੁਸੀਂ ਅੱਗ ਬਾਲਣੀ ਨਹੀਂ, ਸਿਰਫ ਧਖਾਉਣਾ ਆ ਪਾਥੀਆਂ ਨੂੰ। ਤੇ ਲੱਕੜ ਦੇ ਬੂਰੇ ਨੂੰ ਵੀ ਤੁਸੀਂ ਧਖਾਉਣਾ ਹੀ ਆ। ਇਹ ਅੱਗ ਬਾਲ ਲਈ ਤਾਂ ਫਿਰ ਉਹ ਸਾਰਾ ਕੁਝ ਗਲਤ ਹੋ ਜਾਣਾ। ਸੋ ਹੁਣ ਆਪਾਂ ਕਾੜਨੀ ਦੇ ਵਿੱਚ ਜਿੰਨਾ ਵੀ ਤੁਸੀਂ ਆਪਣੀ ਸਹੂਲਤ ਦੇ ਹਿਸਾਬ ਨਾਲ ਦੁੱਧ ਲੈਣਾ, ਜਿਵੇਂ ਕਿ ਅਸੀਂ ਇੱਥੇ 2 ਕਿਲੋ ਦੁੱਧ ਲੈ ਰਹੇ ਹਾਂ, ਤਾਜ਼ਾ ਸੱਜਰਾ ਚੋਇਆ ਹੋਇਆ। ਬੜੀ ਖੁਸ਼ੀ ਹੁੰਦੀ ਹੈ ਜਿਸ ਤਰ੍ਹਾਂ ਅਸੀਂ 2 ਕਿਲੋ ਦੁੱਧ ਪਾ ਲਿਆ ਤੇ ਇਹਨੂੰ ਥੋੜਾ ਜਿਹਾ ਹੋਰ ਪਤਲਾ ਕਰਨ ਲਈ ਅਸੀਂ ਇਹਦੇ ਵਿੱਚ ਅੱਧਾ ਕਿਲੋ ਤੋਂ ਲੈ ਕੇ 3 ਪਾ ਤੱਕ, ਮਤਲਬ ਕਿ 750 ਗ੍ਰਾਮ ਤੱਕ ਪਾਣੀ ਪਾ ਦੇਣਾ ਹੈ। ਹੁਣ ਆਪਣੀ ਅੱਗ ਬਿਲਕੁਲ ਧੁੱਖ ਚੁੱਕੀ ਹੈ ਜੀ। ਤੇ ਹੁਣ ਅਸੀਂ ਇਸ ਕਾੜਨੀ ਨੂੰ ਹਾਰੇ ਦੇ ਵਿੱਚ ਟਿਕਾ ਦੇਣਾ, ਰੱਖ ਦੇਣਾ। ਲਓ ਜੀ, ਆਪਾਂ ਕਾੜਨੀ ਰੱਖਤੀ ਹੈ ਤੇ ਉੱਪਰੋਂ ਆਪਾਂ ਇਹਨੂੰ ਢੱਕ ਦਿੱਤਾ ਹੈ। ਤੇ ਕਮ ਸੇ ਕਮ 3 ਘੰਟੇ ਲੱਗਣਗੇ ਇਸ ਨੂੰ ਗਰਮ ਹੋਣ ਤੇ। ਦੇਖੋ, ਤੁਸੀਂ ਕੁਛ ਨਹੀਂ ਕਰਨਾ, ਜੋ ਕਰਨਾ ਕੁਦਰਤ ਨੇ ਕਰਨਾ। ਘਬਰਾਇਓ ਨਾ, ਸਿਰਫ ਤੁਸੀਂ ਟਾਈਮ ਦਿਓ। ਜਿਹੜੇ ਸਟੈਪ ਤੁਹਾਨੂੰ ਦੱਸੇ ਉਹਨਾਂ ਨੂੰ ਫੋਲੋ ਕਰਿਓ
ਤੇ ਜਿਸ ਤਰ੍ਹਾਂ ਤੁਹਾਨੂੰ ਦੱਸੀ ਜਾਣਾ ਉਸ ਤਰ੍ਹਾਂ ਕਰਦੇ ਜਾਓ। ਆਪਣਾ ਨਾ 2 ਤੋਂ 3 ਘੰਟੇ ਲੱਗੇ ਆ ਤੇ ਦੁੱਧ ਪੂਰਾ ਕੱਢ ਗਿਆ। ਵੇਖੋ ਨਾ ਤੇ ਕੋਈ ਉਬਾਲ ਆਉਣ ਦੀ ਟੈਨਸ਼ਨ ਸੀ, ਨਾ ਹੀ ਕਿਸੇ ਤਰ੍ਹਾਂ ਦਾ ਦੁੱਧ ਥੱਲੇ ਲੱਗਣ ਦੀ ਟੈਨਸ਼ਨ ਸੀ, ਨਾ ਹੀ ਇਹ ਡਰ ਸੀ ਕਿ ਦੁੱਧ ਦੀ ਅੱਗ ਨਿਕਲ ਜੇਗੀ। ਆਪਣੇ ਆਪ ਮੱਠੀ ਸੇਕ ਤੇ ਦੁੱਧ ਕੱਢਿਆ। ਤੁਹਾਨੂੰ ਦਿਖਾਉਣੇ ਆ ਮਲਾਈ ਇਹਦੀ। ਆਹ ਦੇਖੋ, ਵੇਖੋ ਕਿੱਡੀ ਸੋਹਣੀ ਮਲਾਈ ਇਹਦੀ। ਆਹ ਹੁੰਦੀ ਹੈ ਜੀ ਮਲਾਈ। ਬਾਹਰ ਕੱਢ ਕੇ ਵੀ ਤੁਹਾਨੂੰ ਦਿਖਾਉਣੇ ਆ। ਹੁਣ ਅਸੀਂ ਇਹਨੂੰ ਜਦੋਂ 3 ਘੰਟੇ ਦੇ ਬਾਅਦ ਦੁੱਧ ਕੱਢ ਜੇਗਾ ਆਪਣੇ ਆਪ ਸਹਿਜੇ ਕਾੜਨੀ ਦੇ ਵਿੱਚ, ਤੇ ਇਹਨੂੰ ਅਸੀਂ ਬਾਹਰ ਕੱਢ ਲੈਣਾ। ਇਹਨੂੰ ਹਿਲਾਇਓ ਨਾ, ਮਲਾਈ ਟੁੱਟ ਨਾ ਜਾਵੇ। ਵੇਖੋ ਕਿੱਡੀ ਸੋਹਣੀ ਧੁੱਪ ਜੀ ਕਰਕੇ ਦਿਖਾਉਣੇ ਆ। ਆਹ ਮਲਾਈ ਹੁੰਦੀ ਹੈ ਜੀ। ਵੇਖੋ ਖੱਟੇ ਰੰਗ ਦਾ ਦੁੱਧ, ਇਹ ਪੀਣ 'ਚ ਬੜਾ ਹੀ ਮਿੱਠਾ ਹੁੰਦਾ ਤੇ ਬੜਾ ਹੀ, ਜਿਹੜੇ ਲੋਕ ਸ਼ਿਕਾਇਤ ਕਰਦੇ ਨੇ ਕਿ ਦੁੱਧ ਪੀਣ ਨਾਲ ਹੈਵੀਨੈਸ ਹੋ ਜਾਂਦੀ ਆ, ਜਾਂ ਦੁੱਧ ਪੀਣ ਦੇ ਨਾਲ ਸ਼ਾਇਦ ਕੋਲੈਸਟਰੋਲ ਵੱਧ ਜਾਂਦੇ ਆ, ਜਾਂ ਜਿਨ੍ਹਾਂ ਨੂੰ ਦੁੱਧ ਤੋਂ ਅਲਰਜੀ ਆ, ਉਹ ਕਾੜਨੀ ਦਾ ਦੁੱਧ ਜ਼ਿੰਦਗੀ 'ਚ ਪੀਓ, ਕਦੀ ਵੀ ਤੁਹਾਨੂੰ ਦੁੱਧ ਦੀ ਅਲਰਜੀ ਨਹੀਂ ਹੋਊਗੀ। ਹੁਣ ਸਿੰਪਲੀ ਆਪਾਂ ਇਹਨੂੰ ਛਾਂ ਦੇ ਵਿੱਚ 2-3 ਘੰਟੇ ਠੰਡਾ ਹੋਣ ਦੇ ਲਈ ਦੁੱਧ ਗਰਮ ਕਰਕੇ ਕਾੜਨੀ ਦੇ ਵਿੱਚ ਛਾਵੇਂ ਰੱਖਿਆ ਸੀ। 2 ਘੰਟੇ ਬਾਅਦ ਉਹ ਲਗਭਗ ਕੋਸਾ ਜਿਹਾ ਹੋ ਗਿਆ। ਬਹੁਤ ਜ਼ਿਆਦਾ ਠੰਡਾ ਨਹੀਂ ਕਰਨਾ, ਅਗਰ ਠੰਡਾ ਹੋ ਵੀ ਜਾਵੇ ਤਾਂ ਤੁਸੀਂ ਦੁਬਾਰਾ ਕਰ ਲਿਓ ਗਰਮ। ਤੇ ਦੇਖੋ ਕਿੱਡਾ ਸੋਹਣਾ ਰੰਗ ਆ ਗਿਆ ਮਲਾਈ ਦਾ। ਤੇ ਇਸੇ ਮਲਾਈ ਦੇ ਵਿੱਚ ਆਪਾਂ ਹੁਣ ਫਰਮੈਂਟੇਸ਼ਨ ਪ੍ਰੋਸੈਸ ਚਲਾਉਣਾ, ਭਾਵ ਖੱਟਾ ਲਾਉਣਾ। ਪ੍ਰੋਸੈਸ ਇਹੀ ਹੈ ਕਿ ਦੁੱਧ ਹਲਕਾ ਕੜੇ। ਕੜਨ ਦਾ ਮਤਲਬ ਕੀ ਹੈ ਕਿ ਦੁੱਧ ਆਪਣੀ ਫੈਟ ਸਹਿਜੇ ਸੈਪਰੇਟ ਕਰੇ। ਅਸੀਂ ਇੱਥੇ ਫੈਟ ਨੂੰ ਸੈਪਰੇਟ ਕਰ ਲੈਨੇ ਮਲਾਈ ਦੇ ਰੂਪ ਵਿੱਚ, ਤੇ ਬਾਕੀ ਜਿਹੜਾ ਦੁੱਧ ਰਹਿ ਜਾਂਦਾ ਉਹ ਥੱਲੇ ਅਨਫੈਟਡ ਦੁੱਧ, ਜਿਹਨੂੰ ਅਸੀਂ ਸਕimmed ਮਿਲਕ ਬੋਲ ਦਿੰਦੇ ਆ, ਉਹ ਰਹਿ ਜਾਂਦਾ। ਹੁਣ ਅਸੀਂ ਇਹ ਨੈਕਸਟ ਪਾਰਟ ਦੇ ਵਿੱਚ ਕੀ ਕਰਨਾ ਹੈ ਕਿ ਸਭ ਤੋਂ ਪਹਿਲਾਂ ਇਹਦੇ ਵਿੱਚ 1 ਕਿਲੋ ਕੱਚਾ ਦੁੱਧ ਰਲਾ ਦੇਣਾ ਹੈ, ਤਾਜ਼ਾ ਕੱਚਾ ਦੁੱਧ। ਫਰਮੈਂਟੇਸ਼ਨ ਪ੍ਰੋਸੈਸ ਦੇ ਵਿੱਚ ਕੰਪਨੀਆਂ ਕੀ ਕਰਦੀਆਂ ਨੇ ਕਿ 2 ਬੈਕਟੀਰੀਆ, ਜਿਨ੍ਹਾਂ ਦੇ ਨਾਂ ਤੁਸੀਂ ਡਿਸਪਲੇ ਤੇ ਦੇਖ ਰਹੇ ਹੋ, ਇਹਨਾਂ ਨੂੰ ਸੈਪਰੇਟ ਕਰਕੇ, ਇਹਨਾਂ ਦਾ ਕਲਚਰ ਤਿਆਰ ਕਰਕੇ ਦੁੱਧ ਦੇ ਵਿੱਚ ਫਰਮੈਂਟੇਸ਼ਨ ਪ੍ਰੋਸੈਸ ਚਲਾਉਂਦੀਆਂ ਨੇ। ਪਰ ਆਪਾਂ ਨੈਚੁਰਲੀ ਇਹਨੂੰ ਫਰਮੈਂਟਾਈਜ਼ ਕਰਨਾ, ਭਾਵ ਖੱਟਾ ਲਾਉਣਾ। ਇਸ ਲਈ ਅਸੀਂ 1 ਚਮਚ ਦਹੀਂ ਜਾਂ 1 ਚਮਚ ਲੱਸੀ, ਸੇਮ ਡੇ ਦੀ ਬਸ ਇੰਨੀ ਕੁ ਲੱਸੀ ਜਾਂ ਇੰਨਾ ਕੁ ਦਹੀਂ ਦੁੱਧ ਦੇ ਵਿੱਚ ਪਾ ਦੇਣਾ। ਤੇ ਹੁਣ ਆਪਾਂ ਇਹਨੂੰ ਕੱਜ ਦੇਣਾ। 1 ਰਾਤ ਲਈ ਅਸੀਂ ਇਹਨੂੰ ਰੱਖ ਦੇਣਾ। ਉਸ ਤੋਂ ਪਹਿਲਾਂ ਅਸੀਂ ਇਹਨੂੰ ਥੋੜਾ ਜਿਹਾ ਹਿਲਾ ਲੈਣਾ। ਹਿਲਾਉਣਾ ਇਸ ਕਰਕੇ ਕਿ ਜਿਹੜਾ ਬੈਕਟੀਰੀਆ ਨੈਚੁਰਲ ਕਲਚਰ ਦੇ ਵਿੱਚ ਅਸੀਂ ਲਿਆ ਹੈ ਲੱਸੀ ਦੇ ਰੂਪ ਵਿੱਚ, ਉਹ ਪੂਰੇ ਦੁੱਧ ਦੇ ਵਿੱਚ ਘੁਲ ਜਾਵੇ। ਪੂਰੀ ਰਾਤ ਬੈਕਟੀਰੀਆ ਇਹਦੇ ਪ੍ਰੋਟੀਨਸ ਨੂੰ ਖਾਏਗਾ। ਇਸ ਤੋਂ ਬਾਅਦ ਲੈਕਟਿਕ ਐਸਿਡ ਜਨਰੇਟ ਹੋਏਗਾ, ਫੈਟ ਦਾ ਬ੍ਰੇਕਡਾਊਨ ਹੋਏਗਾ, ਤੇ ਬਿਲਕੁਲ ਨੈਚੁਰਲ ਮੱਖਣੀ ਨਿਕਲੇਗੀ। ਤੇ ਇਹੀ ਮੱਖਣੀ ਆ, ਇਹਦੇ ਮੱਖਣੀ ਤੋਂ ਹੀ ਉਹ ਘਿਓ ਤਿਆਰ ਹੋਣਾ, ਜਿਹਦੇ ਵਿੱਚ ਬੈਡ ਕੋਲੈਸਟਰੋਲ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਟਰਾਂਸ ਫੈਟ ਦੀ ਮਾਤਰਾ 0% ਹੁੰਦੀ ਹੈ। ਤੇ ਇਸੇ ਵਜ੍ਹਾ ਕਰਕੇ ਮੈਂ ਦਾਅਵਾ ਕਰਦਾ ਹੁੰਨਾ ਕਿ ਕਦੀ ਵੀ ਦੇਸੀ ਘਿਓ ਖਾਣ ਦੇ ਨਾਲ ਬੀਪੀ ਨਹੀਂ ਵੱਧਦਾ, ਕਦੀ ਵੀ ਦੇਸੀ ਘਿਓ ਵਰਤਣ ਦੇ ਨਾਲ ਕੋਲੈਸਟਰੋਲ ਨਹੀਂ ਵੱਧਦਾ, ਕਦੀ ਵੀ ਬਲੌਕੇਜ ਨਹੀਂ ਹੁੰਦੀ, ਈਵਨ ਕਿ ਬਲੌਕੇਜ ਖਤਮ ਹੁੰਦੀ ਹੈ। ਦੇਖੋ ਜੀ, ਆਪਾਂ ਪੂਰੀ ਰਾਤ ਜਿਹੜਾ ਖੱਟਾ ਲਾ ਕੇ ਰੱਖਿਆ ਸੀਗਾ, ਦੁੱਧ ਨੂੰ ਫਰਮੈਂਟਾਈਜ਼ ਕਰਕੇ ਰੱਖਿਆ ਸੀਗਾ, ਤੇ ਦਹੀਂ ਬਣ ਗਿਆ। ਵੇਖੋ ਕਿੱਡਾ ਖੂਬਸੂਰਤ ਦਹੀਂ ਆ। ਇਹੀ ਉਹ ਦਹੀਂ ਆ ਜਿਹੜਾ ਅਸੀਂ ਖਾਣ ਦੇ ਲਈ ਹਮੇਸ਼ਾ ਰਿਕਮੈਂਡ ਕਰਦੇ ਆ। ਪੈਕਿੰਗਿੰਗ ਵਾਲਾ ਦਹੀਂ ਨਹੀਂ, ਬਿਲਕੁਲ ਵੀ ਉਹ ਰਿਕਮੈਂਡ ਨਹੀਂ ਕਰਦੇ, ਤੇ ਨਾ ਹੀ ਜਿਹੜਾ ਹਲਵਾਈਆਂ ਤੋਂ ਮਿਲਦਾ, ਕਿਉਂਕਿ ਉਹਨੂੰ ਬਹੁਤ ਗਲਤ ਤਰੀਕੇ ਨਾਲ ਬਣਾਇਆ ਜਾਂਦਾ ਹੈ। ਸੰਘੇੜੇ ਦਾ ਆਟਾ ਤੱਕ ਵਰਤਿਆ ਜਾਂਦਾ ਉਸ ਦਹੀਂ ਨੂੰ ਬਣਾਉਣ ਦੇ ਵਾਸਤੇ। ਹੁਣ ਤੁਹਾਨੂੰ ਦਹੀਂ ਦਿਖਾਉਣੇ ਆ ਕੱਢ ਕੇ। ਸਾਰੇ ਪ੍ਰੋਡਕਟ ਬਣਾਉਣੇ ਸਿਖਾ ਰਿਹਾ ਤਾਂ ਕਿ ਜੇ ਤੁਸੀਂ ਬਣਾਉਣਾ ਹੋਵੇ ਤੇ ਘਰ ਦੇ ਵਿੱਚ ਆਰਾਮ ਨਾਲ ਬਣਾਓ। ਉੱਪਰੋਂ ਹਲਕਾ ਤੁਸੀਂ ਇਹਨੂੰ ਮਲਾਈ ਨੂੰ ਲਾ ਲਿਓ, ਥੱਲੇ ਜਿਹੜਾ ਬਿਲਕੁਲ ਤੁਹਾਨੂੰ ਕ੍ਰਿਸਟਲ ਕਲੀਅਰ ਜਿਹੜਾ ਦਹੀਂ ਜੰਮਿਆ, ਇਹਦੇ ਫੁੱਟ ਆ ਜਿਹੜੇ ਬਹੁਤ ਸ਼ਾਨਦਾਰ ਬਣੇ ਹੁੰਦੇ ਆ। ਆਹ ਦੇਖੋ, ਹੁਣ ਆਹ ਦਹੀਂ ਆ ਜੀ, ਉਹ ਇਹਦੀ ਸਮੂਥਨੈਸ ਦੇਖੋ, ਆਪਣੇ ਆਪ ਹੀ ਦੇਖੋ ਪੀਸ ਕਿੱਡੇ ਵਧੀਆ ਹੋ ਰਹੇ। ਇਹ ਜਿਹਾ ਦਹੀਂ ਜਿੱਥੇ ਮਰਜ਼ੀ ਚਲੇ ਜਾਓ ਦੁਨੀਆ ਤੇ ਤੁਹਾਨੂੰ ਕਦੀ ਨਹੀਂ ਮਿਲੇਗਾ। ਇਹ ਦਹੀਂ ਦੇ ਇੰਨੇ ਫਾਇਦੇ ਨੇ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਜਿਹੜਾ ਬੰਦਾ ਕਾੜਨੀ ਦੇ ਦੁੱਧ ਦਾ ਬਣਿਆ ਦਹੀਂ, ਲੱਸੀ, ਇਸੇ ਦੁੱਧ ਦੀ ਬਣੀ ਮੱਖਣੀ ਤੇ ਕਾੜਨੀ ਦੇ ਦੁੱਧ ਨੂੰ ਪੀਂਦਾ ਹੈ, ਤੇ ਕਾੜਨੀ ਦੇ ਦੁੱਧ ਤੇ ਤਿਆਰ ਮੱਖਣੀ ਦੇ ਦੇਸੀ ਘਿਓ ਨੂੰ ਖਾਂਦਾ ਹੈ, ਉਹਨੂੰ ਅੱਧਿਓਂ ਜ਼ਿਆਦੀਆਂ ਬਿਮਾਰੀਆਂ ਤਾਂ ਵੈਸੇ ਹੀ ਨਹੀਂ ਹੋ ਸਕਦੀਆਂ। ਦਹੀਂ ਆਪਾਂ ਕੱਢ ਲਿਆ ਜੀ। ਹੁਣ ਆਪਾਂ ਇਹਨੂੰ ਚਾਟੀ ਦੇ ਵਿੱਚ ਉਲਟ ਲੈਣਾ, ਚਾਟੀ ਦੇ ਵਿੱਚ ਕੱਢ ਲੈਣਾ। ਕਾੜਨੀ ਦੇ ਵਿੱਚ ਦੁੱਧ ਨਹੀਂ ਰਿੜਕਣਾਗਾ, ਫਿਰ ਨਹੀਂ ਤਾਂ ਅਗਲੇ ਦਿਨ ਦਾ ਜਿਹੜਾ ਦੁੱਧ ਤੁਸੀਂ ਤਿਆਰ ਕਰਨਾ ਉਹ ਬਿਲਕੁਲ ਵੀ ਸਹੀ ਨਹੀਂ ਬਣੂ ਤੁਹਾਡਾ। ਤੇ ਨੈਕਸਟ ਅਸੀਂ ਅਗਰ ਗਰਮੀਆਂ ਦਾ ਮੌਸਮ ਆ ਤਾਂ ਅੱਧਾ ਕਿਲੋ ਠੰਡਾ ਪਾਣੀ ਮਿਕਸ ਕਰਨਾ ਹੈ, ਅਗਰ ਸਰਦੀਆਂ ਦਾ ਮੌਸਮ ਹੈ ਤਾਂ ਅੱਧਾ ਕਿਲੋ ਗਰਮ ਪਾਣੀ ਮਿਕਸ ਕਰਨਾ ਹੈ। ਫਿਰ ਅਸੀਂ ਇਸ ਨੂੰ ਮਧਾਣੀ ਦੇ ਨਾਲ ਲਗਭਗ 20 ਤੋਂ ਲੈ ਕੇ 30 ਮਿੰਟ ਤੱਕ ਰਿੜਕਣਾ ਆ। ਕਰੀਬ 20 ਮਿੰਟ ਜਿਹੜੀ ਆਪਣੀ ਮਧਾਣੀ ਚੱਲੀ ਆ, ਉਸ ਤੋਂ ਬਾਅਦ ਦੇਖੋ ਤੁਸੀਂ ਮੱਖਣੀ ਬਣ ਗਈ। ਆਹ ਦੇਖੋ ਜਿਵੇਂ ਸਿਲਕ ਹੁੰਦੀ ਨਾ, ਐਡਾ ਸੋਹਣਾ ਇਹਦਾ ਟੈਕਸਚਰ ਹੈ, ਇੰਨੀ ਕੁ ਜ਼ਿਆਦਾ ਕੋਮਲ ਤੇ ਮੁਲਾਇਮ ਮੱਖਣੀ ਬਣਦੀ ਨਾ, ਤੁਸੀਂ
ਖਾਓਗੇ ਤਾਂ ਫਿਰ ਤੁਸੀਂ ਯਾਦ ਕਰੋਗੇ। ਹੁਣ ਇਹਨੂੰ ਆਪਾਂ ਹੋਰ ਬਾਉਂਡਿੰਗ ਕਰਨ ਦੇ ਲਈ, ਕਿਉਂਕਿ ਇਹਨੂੰ ਥੋੜਾ ਜਿਹਾ ਹੋਰ ਅਸੀਂ ਬਾਉਂਡ ਕਰਨਾ ਹੈ, ਇਸ ਲਈ ਅਸੀਂ ਇਹਦੇ ਵਿੱਚ ਠੰਡਾ ਪਾਣੀ ਐਡ ਕਰ ਦੇਣਾ, ਲਗਭਗ 1 ਤੋਂ 1.5 ਕਿਲੋ। ਇੱਕ ਤੇ ਫਿਰ ਇਹ ਲੱਸੀ ਪਤਲੀ ਹੋ ਜਾਏਗੀ, ਦੂਸਰਾ ਠੰਡਾ ਪਾਣੀ ਪਾਉਣ ਦੇ ਨਾਲ ਜਿਹੜੀ ਆ ਮੱਖਣੀ ਅਜੇ ਬਿਖਰੀ ਜੀ ਹੋਈ ਹੈ ਨਾ, ਇਹ ਸਾਰੀ ਇਕੱਠੀ ਹੋ ਜਾਏਗੀ। ਤੇ ਪਾਣੀ ਪਾਉਣ ਤੋਂ ਬਾਅਦ ਸਿਰਫ 2-3 ਮਿੰਟ ਲਈ ਤੁਸੀਂ ਮਧਾਣੀ ਚਲਾ ਦੇਣੀ ਆ, ਤੇ ਤੁਹਾਨੂੰ ਫਿਰ ਵਿਖਾਉਣੇ ਆ ਜਿਹੜੀ ਮੱਖਣੀ ਨਿਕਲਦੀ ਹੈ, ਤੇ ਫਿਰ ਤੁਹਾਨੂੰ ਗਾਂ ਅੱਗੇ ਡਿਸਕਸ ਕਰਦੇ ਆ ਕਿ ਦੇਸੀ ਘਿਓ ਕਿਵੇਂ ਬਣਨਾ ਹੈ ਇਸ ਮੱਖਣੀ ਤੋਂ। ਲਓ ਜੀ, ਹੁਣ ਆਪਣੀ ਮੱਖਣੀ ਬਿਲਕੁਲ ਤਿਆਰ ਆ ਜੀ। ਦੇਖੋ ਇਹਦਾ ਟੈਕਸਚਰ, ਦੇਖੋ ਇਹਦਾ ਕਲਰ, ਦੇਖੋ ਬਿਲਕੁਲ ਸਫੇਦ ਰੰਗ ਦੀ ਮੱਖਣੀ ਆ, ਬਿਲਕੁਲ ਸਿਲਕ ਦੀ ਤਰ੍ਹਾਂ ਮੁਲਾਇਮ ਮੱਖਣੀ ਆ ਇਹ। ਤੇ ਇਹ ਉਹ ਮੱਖਣੀ ਆ ਜਿਹੜੀ ਕੋਲੈਸਟਰੋਲ ਫ੍ਰੀ ਹੁੰਦੀ ਹੈ, ਕਿਉਂਕਿ ਇਹਦੇ ਵਿੱਚ ਗੁੱਡ ਫੈਟ ਦੀ ਮਾਤਰਾ ਜ਼ਿਆਦਾ ਹੁੰਦੀ ਆ, ਟਰਾਂਸ ਫੈਟ ਦੀ ਮਾਤਰਾ 0% ਹੁੰਦੀ ਆ। ਜਿਹੜੀ ਸਾਡੀ ਮੋਨੋ ਅਨਸੈਚੂਰੇਟ ਫੈਟ ਤੇ ਪੋਲੀ ਅਨਸੈਚੂਰੇਟ ਫੈਟ, ਜਿਹੜੀਆਂ ਦੋਨੋਂ ਫੈਟ ਗੁੱਡ ਕੋਲੈਸਟਰੋਲ ਹੁੰਦਾ, ਜਿਹੜੇ ਸਾਡੇ ਵੀਨਸ ਦੇ ਵਿੱਚ, ਨਾੜਾਂ ਦੇ ਵਿੱਚ ਜੰਮੇ ਹੋਏ ਬੈਡ ਕੋਲੈਸਟਰੋਲ ਨੂੰ ਘੋਲ ਦਿੰਦਾ ਹੈ ਤੇ ਸਾਫ਼ ਕਰ ਦਿੰਦਾ, ਉਸ ਫੈਟ ਨਾਲ ਭਰਪੂਰ ਇਹ ਮੱਖਣੀ ਹੈ। ਆਹ ਦੇਖੋ ਕਿੰਨਾ ਟੈਕਸਚਰ ਇਹਦਾ ਫਾਈਨ ਹੈ। ਤੇ ਹੁਣ ਆਪਾਂ ਇਹਨੂੰ ਕੱਢਦੇ ਹਾਂ। ਲਓ ਜੀ, ਹੁਣ ਆਪਾਂ ਸਵਾਰ ਕੇ ਇਹਨੂੰ ਧੋਲਿਆ, ਸਾਫ਼ ਕਰ ਲਿਆ, ਤੇ ਹੁਣ ਆਪਾਂ ਮੱਖਣੀ ਕੱਢਾਂਗੇ ਇਹਦੇ ਵਿੱਚੋਂ। ਤੇ ਪਿੱਛੇ ਜੋ ਬਚੇਗਾ ਉਹ ਲੱਸੀ, ਇਹ ਉਹੀ ਲੱਸੀ ਹੈ ਜੀ, ਖੱਟੀ ਲੱਸੀ, ਜਿਹਦੇ ਪੀਣ ਦੇ ਸ਼ੌਕੀਨ ਆ ਪੰਜਾਬੀ, ਜਿਹਨੂੰ ਪੀ ਕੇ ਲੋਕਾਂ ਨੂੰ ਕਦੀ ਵੀ ਗਰਮੀ ਦੀ ਸ਼ਿਕਾਇਤ ਨਹੀਂ ਸੀ ਹੋਈ, ਕਦੀ ਲੀਵਰ ਦੇ ਵਿੱਚ ਫੈਟੀਨੈਸ ਨਹੀਂ ਸੀ ਆਈ, ਹਮੇਸ਼ਾ ਤੰਦਰੁਸਤ ਰਹਿੰਦੇ ਸੀਗੇ। ਆਹ ਮੱਖਣੀ ਨਿਕਲਦੀ ਪਈ ਹੈ ਜੀ, ਇੱਧਰ ਦੇਖੋ, ਵੇਖੋ ਲੱਗਦਾ ਨਾ ਘਿਓ, ਇਹਨੂੰ ਘਿਓ ਬੋਲਦੇ ਹਾਂ ਅਸੀਂ। ਜਿਹੜਾ ਤੁਸੀਂ ਪੈਕਟਾਂ ਵਾਲਾ ਖੱਟੇ ਰੰਗ ਦਾ ਘਿਓ ਖਾਂਦੇ ਹੋ ਨਾ, ਉਹ ਘਿਓ ਨਹੀਂ, ਉਹ ਨਿਰਾ ਜ਼ਹਿਰ ਆ, ਉਹ ਟਰਾਂਸ ਫੈਟ ਆ ਨਿਰੀ। ਆਹ ਹੈ ਜੀ ਘਿਓ, ਤੇ ਆਹ ਆ ਉਹ ਲੱਸੀ ਜਿਹਨੂੰ ਪੀਣ ਦੇ ਅਸੀਂ ਸ਼ੌਕੀਨ ਆ, ਜਿਹਨੂੰ ਸੁਬਾਹ ਤੇ ਦੁਪਹਿਰੇ ਪੀਣਾ ਚਾਹੀਦਾ। ਤੇ ਜ਼ਿੰਦਗੀ 'ਚ ਕਦੀ ਕੋਈ ਪਿੱਤ ਦੀ ਵਕਾਰਤ ਨਹੀਂ ਆ ਸਕਦੀ, ਜ਼ਿੰਦਗੀ 'ਚ ਕਦੀ ਕੋਈ ਪਿੱਤ ਦਾ ਰੋਗ ਨਹੀਂ ਲੱਗ ਸਕਦਾ। ਹੁਣ ਆਪਾਂ ਡਿਸਕਸ ਕਰਦੇ ਹਾਂ ਜੀ ਦੇਸੀ ਘਿਓ ਬਣਾਉਣ ਦੀ ਸਭ ਤੋਂ ਲਾਸਟ ਤੇ ਸਭ ਤੋਂ ਇੰਪੋਰਟੈਂਟ ਸਟੇਜ। ਕਿਉਂ ਮੈਂ ਇਹ ਗੱਲ ਦਾ ਦਾਅਵਾ ਕਰਦਾ ਕਿ ਇਸ ਤਰੀਕੇ ਨਾਲ ਬਣਾਇਆ ਹੋਇਆ ਦੇਸੀ ਘਿਓ 0% ਟਰਾਂਸ ਫੈਟ ਵਾਲਾ ਹੁੰਦਾ ਹੈ, ਇਹ ਸਾਰਾ ਤੁਹਾਡੇ ਨਾਲ ਡਿਸਕਸ ਕਰਾਂਗੇ। ਸੋ ਸਭ ਤੋਂ ਪਹਿਲਾਂ ਜਿਹੜੀ 4-5 ਦਿਨ ਅਸੀਂ ਮੱਖਣੀ ਉਸੇ ਸੇਮ ਪ੍ਰੋਸੈਸ ਨਾਲ ਬਣਾਈ, ਉਸ ਨੂੰ ਸਟੋਰ ਕਰ ਲੈਣਾ। ਤੁਸੀਂ ਫ੍ਰਿਜ ਵਿੱਚ ਸਟੋਰ ਕਰ ਲਿਓ ਅਗਰ ਬਹੁਤ ਗਰਮ ਮੁਲਕ ਹੈ, ਜੇ ਬਹੁਤ ਠੰਡਾ ਮੁਲਕ ਹੈ ਤਾਂ ਤੁਸੀਂ ਵੈਸੇ ਕੁੱਜੀ 'ਚ ਪਾ ਕੇ ਜਾਂ ਕਿਸੇ ਬਰਤਨ ਦੇ ਵਿੱਚ ਪਾ ਕੇ ਸਟੋਰ ਕਰ ਲਿਓ। ਇਸ ਨੂੰ ਇੱਕ ਹੈਵੀ ਬਾਟਮ ਵਾਲੇ ਪਤੀਲੇ ਵਿੱਚ ਤੁਸੀਂ ਪਾ ਲੈਣਾ। ਤੁਸੀਂ ਜਿਹੜਾ ਕਰੀਮ ਤੋਂ ਘਿਓ ਬਣਾਉਣੇ ਹੋ ਨਾ, ਮੈਂ ਬਹੁਤ ਇਹ ਚੀਜ਼ਾਂ ਦੇਖੀਆਂ ਨੇ YouTube ਦੇ ਉੱਤੇ ਕਿ ਕੁਝ ਲੋਕ ਦੁੱਧ ਦੇ ਉੱਪਰੋਂ ਕਰੀਮ ਲਾ ਕੇ ਤੇ ਉਸ ਨੂੰ ਸਟੋਰ ਕਰਕੇ ਉਹਦਾ ਘਿਓ ਬਣਾਉਂਦੇ ਨੇ, ਕਰੀਮ ਨੂੰ ਗਰਮ ਕਰਕੇ। ਉਸ ਘਿਓ ਦੇ ਵਿੱਚ ਟਰਾਂਸ ਫੈਟ ਆਉਂਦੀ ਹੈ ਜਾਂ ਬੈਡ ਕੋਲੈਸਟਰੋਲ ਆਉਂਦਾ ਹੈ। ਜਾਂ ਫਿਰ ਅਸੀਂ ਲਗਾਤਾਰ ਕੀ ਕਰਦੇ ਰਹੇ ਨੇ ਕਿ ਦੁੱਧ ਨੂੰ ਗਰਮ ਕਰਕੇ ਉਸ ਤੋਂ ਮਲਾਈ ਲਾਈ ਜਾਂਦੇ ਆ, ਤੇ ਇੱਕ ਦਿਨ 4-5 ਦਿਨ ਦੀ ਮਲਾਈ ਇਕੱਠੀ ਕਰਕੇ ਉਸ ਨੂੰ ਕਾੜ ਕੇ ਰਿੜਕ ਕੇ ਤੇ ਫਿਰ ਘਿਓ ਬਣਾਉਣੇ ਆ। ਇਹ ਦੋਨੇ ਪ੍ਰੋਸੈਸ ਗਲਤ ਨੇ। ਇਹੀ ਇੱਕ ਜਿਹੜਾ ਟ੍ਰੈਡੀਸ਼ਨਲ ਤਰੀਕਾ ਤੁਹਾਡੇ ਨਾਲ ਡਿਸਕਸ ਕੀਤਾ, ਇਹੋ ਹੀ ਸਹੀ ਹੈ। ਸੋ ਹੁਣ ਆਪਾਂ ਇਸ ਮੱਖਣੀ ਨੂੰ ਫਿਰ ਉਸੇ ਹਾਰੇ ਦੇ ਵਿੱਚ ਜਿਹਦੇ ਵਿੱਚ ਆਪਾਂ ਦੁੱਧ ਕਾੜਿਆ ਸੀਗਾ ਉਹਦੇ ਵਿੱਚ ਹੀ ਪਾ ਦੇਣਾ। ਹੁਣ ਤੁਹਾਨੂੰ ਮੈਂ ਦੱਸਦਾ ਕਿ ਇਸ ਘਿਓ ਦੇ ਵਿੱਚ ਟਰਾਂਸ ਫੈਟ ਜਾਂ ਬੈਡ ਕੋਲੈਸਟਰੋਲ ਕਿਉਂ ਨਹੀਂ ਹੁੰਦੇ, ਕਿਉਂਕਿ ਜਦੋਂ ਅਸੀਂ ਮੱਖਣੀ ਨੂੰ ਬਹੁਤ ਲੋ ਫਲੇਮ ਤੇ, ਜਾਣੀ ਕਿ ਇਹਦੇ ਬੋਇਲਿੰਗ ਪੁਆਇੰਟ, ਸਮੋਕਿੰਗ ਪੁਆਇੰਟ ਤੋਂ ਬਹੁਤ ਥੱਲੇ ਗਰਮ ਕਰਦੇ ਆ, ਜਿਹੜਾ ਕਿ ਇਹਦਾ ਸਮੋਕਿੰਗ ਪੁਆਇੰਟ 250 ਡਿਗਰੀ ਸੈਂਟੀਗ੍ਰੇਡ ਹੁੰਦਾ, ਉਸ ਤੋਂ ਬਹੁਤ ਥੱਲੇ ਗਰਮ ਕਰਦੇ ਆ। ਇਸ ਤਰੀਕੇ ਨਾਲ ਇਸ ਮੱਖਣੀ ਦੇ ਵਿੱਚ 0% ਟਰਾਂਸ ਫੈਟ ਬਣਦੀ ਆ ਤੇ ਬੈਡ ਕੋਲੈਸਟਰੋਲ ਬਹੁਤ ਘੱਟ ਰਹਿ ਜਾਂਦੇ, 0% ਦੇ ਬਰਾਬਰ। ਤੇ ਇਹ ਜਿਹੜਾ ਦੇਸੀ ਘਿਓ ਹੈ, ਇਹਦੇ ਵਿੱਚ ਸਭ ਤੋਂ ਜ਼ਿਆਦਾ ਗੁੱਡ ਕੋਲੈਸਟਰੋਲ ਹੁੰਦੇ ਆ, ਹਾਈ ਡੈਂਸਿਟੀ ਕੋਲੈਸਟਰੋਲ ਹੁੰਦੇ ਆ, ਹਾਈ ਡੈਂਸਿਟੀ ਲਿਪੋਪ੍ਰੋਟੀਨ ਹੁੰਦੇ ਆ, ਜਿਨ੍ਹਾਂ ਦਾ ਮੈਲਟਿੰਗ ਪੁਆਇੰਟ ਬਹੁਤ ਘੱਟ ਹੁੰਦਾ ਹੈ। ਤੇ ਇਸੇ ਵਜ੍ਹਾ ਕਰਕੇ ਮੈਂ ਦਾਅਵਾ ਕਰਦਾ ਹੁੰਦਾ ਕਿ ਇਸ ਮੱਖਣੀ ਤੋਂ ਬਣੇ ਦੇਸੀ ਘਿਓ ਨੂੰ ਖਾਣ ਦੇ ਨਾਲ ਕਦੀ ਬਲੌਕੇਜ ਨਹੀਂ ਹੋ ਸਕਦੀ, ਕਦੀ ਹਾਰਟ ਅਟੈਕ ਨਹੀਂ ਹੋ ਸਕਦਾ, ਕਦੀ ਕੌਨਸਟੀਪੇਸ਼ਨ ਨਹੀਂ ਹੋ ਸਕਦੀ, ਕਦੀ ਪੈਰਾਲਾਈਸਿਸ ਵਰਗੀਆਂ ਬਿਮਾਰੀਆਂ ਨਹੀਂ ਹੋ ਸਕਦੀਆਂ। ਤੁਸੀਂ ਬੇਚਿੰਤ ਹੋ ਕੇ ਦੇਸੀ ਘਿਓ ਖਾ ਸਕਦੇ ਹੋ। ਹੁਣ ਜਿਸ ਤਰ੍ਹਾਂ ਆਪਾਂ ਇਸ ਮੱਖਣੀ ਨੂੰ ਲੋ ਫਲੇਮ ਦੇ ਉੱਤੇ ਬਿਲਕੁਲ ਸਮੋਕਿੰਗ ਪੁਆਇੰਟ ਤੇ ਬਹੁਤ ਥੱਲੇ ਅਸੀਂ ਗਰਮ ਕਰਨਾ ਹੈ। ਤੇ ਇਹਦਾ ਦੇਖਿਓ ਜਿਹੜਾ ਆ ਪਿੰਗਲਣਾ ਸ਼ੁਰੂ ਹੋ ਗਿਆ ਮੱਖਣੀ, ਇਹਦੇ ਵਿੱਚ ਜਿੰਨਾ ਵੀ ਐਕਸੈਸ ਲਿਕੁਇਡ ਜਿਹਨੂੰ ਅਸੀਂ ਲੱਸੀ ਬੋਲ ਦਿੰਦੇ ਆ, ਉਹ ਸਹਿਜੇ ਸੈਪਰੇਟ ਹੋਏਗੀ ਤੇ ਗਰਮ ਹੋਣ ਤੋਂ ਬਾਅਦ ਇਹਦੇ ਦੇਸੀ ਘਿਓ ਜਿਹੜਾ ਲਿਕੁਇਡ ਫਾਰਮ ਦੇ ਵਿੱਚ ਥੱਲੇ ਬੈਠ ਜਾਏਗਾ। ਲੈਟਸ ਸੀ, ਦੇਖੋ ਕਿ ਕਿੰਨੀ ਲੋ ਫਲੇਮ ਤੇ ਜਿਹੜੀ ਇਹਦੀ ਲੱਸੀ ਆ ਉਹ ਬਿਲਕੁਲ ਬੋਇਲ ਹੋ ਰਹੀ ਆ, ਉਬਲ ਰਹੀ ਆ, ਤੇ ਸਹਿਜੇ ਸਾਰੀ ਲੱਸੀ ਜਿਹੜੀ ਆ ਉਹ ਵੈਪੋਰੇਟ ਹੋ ਜਾਏਗੀ।
2 ਘੰਟੇ ਲੋ ਫਲੇਮ ਤੇ ਪ੍ਰੋਸੈਸ ਹੋਣ ਤੋਂ ਬਾਅਦ ਦੇਖੋ ਆ ਸਾਡਾ ਲਿਕੁਇਡ 골ਡ ਬਣਿਆ, ਪਿਓਰ ਦੇਸੀ ਘਿਓ, ਜਿਸ ਚੋਂ ਪੂਰੀ ਲੱਸੀ ਵੈਪੋਰੇਟ ਹੋ ਗਈ ਹੈ ਤੇ ਸਾਰੀ ਹਾਰਡ ਫੈਟ ਆ ਜਿਹੜੀ ਉਹ ਥੱਲੇ ਬੈਠ ਗਈ ਹੈ। ਹੁਣ ਆਪਾਂ ਇਹਨੂੰ ਕਿਸੇ ਬਰਤਨ ਦੇ ਵਿੱਚ ਪੁਣ ਕੇ ਛਾਣ ਕੇ ਸਟੋਰ ਕਰਾਂਗੇ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਛਾਣ ਕੇ ਪੁਣ ਕੇ ਰੱਖ ਲੈਣਾ ਤੇ ਇਹਨੂੰ 2 ਬਰਤਨਾਂ ਦੇ ਵਿੱਚ ਸਭ ਤੋਂ ਸੇਫਲੀ ਸਿਕਿਉਰ ਕੀਤਾ ਜਾ ਸਕਦਾ। 10 ਸਾਲ ਤੱਕ ਇਹ ਦੇਸੀ ਘਿਓ ਖਰਾਬ ਨਹੀਂ ਹੋ ਸਕਦਾ ਤੇ ਜਿੰਨਾ ਪੁਰਾਣਾ ਇਹ ਦੇਸੀ ਘਿਓ ਹੁੰਦਾ ਜਾਊਗਾ ਉਨੇ ਹੀ ਔਸ਼ਧੀ ਗੁਣ ਇਹਦੇ ਵੱਧਦੇ ਜਾਣਗੇ, ਇੰਪਰੂਵ ਹੁੰਦੇ ਜਾਣਗੇ। ਜਾਂ ਤਾਂ ਤੁਸੀਂ ਇਹਨੂੰ ਮਿੱਟੀ ਦੇ ਭਾਂਡੇ ਵਿੱਚ ਸਾਂਭ ਸਕਦੇ ਹੋ, ਜਾਂ ਫਿਰ ਤੁਸੀਂ ਇਹਨੂੰ ਕੱਚ ਦੇ ਬਰਤਨ ਵਿੱਚ ਸਾਂਭ ਸਕਦੇ ਹੋ, ਜਾਂ ਫਿਰ ਤੁਸੀਂ ਇਹਨੂੰ ਚੀਨੀ ਦੇ ਬਰਤਨ ਵਿੱਚ ਸਾਂਭ ਸਕਦੇ ਹੋ, ਜਾਂ ਫੂਡ ਗ੍ਰੇਡ ਸਟੇਨਲੈਸ ਸਟੀਲ ਦੇ ਵਿੱਚ ਅਸੀਂ ਇਹਨੂੰ ਪ੍ਰੀਜ਼ਰਵ ਕਰ ਸਕਦੇ ਹਾਂ, ਸਟੋਰ ਕਰ ਸਕਦੇ ਹਾਂ। ਆਹ ਦੇਖੋ ਜੀ, ਆਹ ਬਣਿਆ ਆ ਪਿਓਰ ਦੇਸੀ ਘਿਓ। ਇਹਦੇ ਵਿੱਚ ਥੋੜੀ ਜਿਹੀ ਕੰਟੈਮੀਨੇਸ਼ਨ ਹੋਰ ਰਹਿ ਗਈ ਆ ਤੇ ਇੱਕ ਵਾਰੀ ਤੁਸੀਂ ਇਹਨੂੰ ਹੋਰ ਕੱਪੜੇ ਦੇ ਨਾਲ ਇਹਨੂੰ ਛਾਣ ਕੇ ਰੱਖ ਲੈਣਾ। ਸੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਦੇਸੀ ਘਿਓ ਬਣਾਉਣ ਦੀ ਟੈਕਨੀਕ, ਟ੍ਰੈਡੀਸ਼ਨਲ ਟੈਕਨੀਕ ਬੇहद ਪਸੰਦ ਆਈ ਹੋਊਗੀ। ਇਸ ਨੂੰ ਵੱਧ ਤੋਂ ਵੱਧ ਮੈਕਸਿਮਮ ਲੋਕਾਂ ਤੱਕ WhatsApp ਤੇ YouTube ਤੇ Facebook ਤੇ ਜ਼ਰੂਰ ਸ਼ੇਅਰ ਕਰਿਓ। ਥੈਂਕ ਯੂ ਜੀ।